हाँ जी। श्री वाਹਿਗੁਰੂ जी का खालसा वाਹਿਗुਰੂ जी की फतेह। ਦਾਸ ਜਗਦੀਸ਼ ਸਿੰਘ ਕੇਸਰੀ ਲਹਿਰ ਯੂਕੇ ਵੱਲੋਂ। ਦਾਸ, ਇਹ ਇੱਕ ਉੱਪਰਲੀ ਰਿਪੋਰਟ ਜੋ ਕਿ ਇੱਕ 10 ਸਾਲ ਦੀ ਇੱਕ ਮਾਸੂਮ ਬੱਚੀ ਪੰਜਾਬ ਦੇ ਵਿੱਚ ਦਲਿਤ ਜਨਤਾ ਦੇ ਵਿੱਚੋਂ, ਜਿਹਦੇ 'ਤੇ ਅਸੀਂ ਪੰਜਾਬੀਆਂ ਨੇ, ਅਸੀਂ ਸਿੱਖਾਂ ਨੇ ਬੜੇ ਹੀ ਗੰਭੀਰ ਇਲਜ਼ਾਮ ਲਾ ਕੇ ਕਿ ਇਸ ਬੱਚੀ ਨੇ ਗੁਰਦੁਆਰੇ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ। ਔਰ ਫਿਰ ਉਸ ਬੱਚੀ ਨੂੰ ਔਰ ਉਸ ਦੇ ਪਰਿਵਾਰ ਸਮੇਤ ਉਸ ਬੱਚੀ ਨੂੰ ਪੁਲਿਸ ਦਾ ਪੂਰਾ ਗੈਰਹਾਨੀ ਰਗੜਾ ਕਰਾਇਆ। ਉਸ ਦਾ, ਉਸ 'ਤੇ, ਉਸ ਬੱਚੀ ਦੇ, ਉਸ ਪਰਿਵਾਰ 'ਤੇ ਕੀ ਅਸੀਂ ਧਮਕੀਆਂ, ਕਿਰਪਾਨਾਂ ਕੱਢੀਆਂ, ਧਮਕੀਆਂ ਦਿੱਤੀਆਂ, ਗੁੰਡਾਗਰਦੀ ਕੀਤੀ, ਕੀ ਕੁਝ ਅਸੀਂ ਕੀਤਾ, ਉਹ ਸਾਰੀ ਉਸ ਆਰਟੀਕਲ ਦੇ ਵਿੱਚ, ਅੰਗਰੇਜ਼ੀ ਦੀ ਆਰਟੀਕਲ ਦੇ ਵਿੱਚ ਸਾਰਾ ਕੁਝ ਬੜੇ ਬਰੀਕ ਬਰੀਕ ਢੰਗ ਦੇ ਨਾਲ ਪੇਸ਼ ਕੀਤਾ ਗਿਆ। ਔਰ ਅਸੀਂ ਆਪ ਆਪਣਾ ਦੁੱਖ ਇੰਡੀਅਨ ਸਰਕਾਰ ਦੇ ਵਿਰੁੱਧ ਦੁਨੀਆ ਦੇ ਮੂਹਰੇ ਰੱਖਦੇ ਹਾਂ ਕਿ ਇੰਡੀਅਨ ਸਰਕਾਰ ਨੇ ਕੀ ਕੁਝ ਜ਼ੁਲਮ ਸਾਡੇ 'ਤੇ ਕੀਤਾ। ਲੇਕਿਨ ਗਾਹਾਂ ਅਸੀਂ ਉਹੀ ਜ਼ੁਲਮ ਆਪਣੇ ਨਾਲ ਦੇ ਗੁਆਂਢੀ, ਨਾਲ ਦੇ ਸਾਥੀ, ਨਾਲ ਦਾ ਖੂਨ, ਨਾਲ ਦੇ ਪੰਜਾਬੀ ਦਲਿਤ ਭੈਣਾਂ ਭਰਾਵਾਂ 'ਤੇ ਕਰਦੇ ਹਾਂ। ਫਿਰ ਸਾਡੇ ਵਿੱਚ ਅਤੇ ਇੰਡੀਅਨ ਗੌਰਮੈਂਟ ਵਿੱਚ ਕੀ ਫਰਕ ਹੋਇਆ। ਆਈ ਗੱਲ ਬੇਅਦਬੀ ਦੀ, ਗੁਰੂ ਗ੍ਰੰਥ ਸਾਹਿਬਾਂ ਦੀ ਬੇਅਦਬੀ ਤਾਂ ਅਸੀਂ ਆਪ ਹੀ ਕਰੀ ਜਾ ਰਹੇ ਹਾਂ ਬਹੁਤ ਬਹੁਤ ਥਾਵਾਂ 'ਤੇ, ਬੜੇ ਰੰਗ ਬਿਰੰਗੇ ਤਰੀਕਿਆਂ ਦੇ ਨਾਲ। ਦਰਬਾਰ ਸਾਹਿਬ ਵਿੱਚ ਗੁਰਬਾਣੀ ਨੂੰ ਵੇਚਿਆ ਜਾ ਰਿਹਾ। ਅਖੰਡ ਪਾਠ ਧਰ ਦਿਓ ਜੀ, ਇੰਨੀ ਰਕਮ ਦਰਜ ਕਰ ਜਾਓ ਜੀ। ਤੁਸੀਂ ਬਾਹਰ ਇੰਗਲੈਂਡ ਬੈਠੇ ਹੋ ਜੀ, ਤੁਸੀਂ ਆਉਣ ਦੀ ਲੋੜ ਹੀ ਨਹੀਂ, ਤੁਹਾਨੂੰ ਇੰਨੀ ਰਕਮ ਭੇਜ ਦਿਓ ਸ਼੍ਰੋਮਣੀ ਕਮੇਟੀ ਨੂੰ, ਉਹ ਤੁਹਾਡੇ ਥਾਂ ਪਾਠ ਕਰ ਵੀ ਦੇਣਗੇ, ਹੁਕਮਨਾਮੇ ਵੀ ਜਾਰੀ ਕਰ ਦੇਣਗੇ, ਤਾਂ ਤੁਸੀਂ ਇੰਗਲੈਂਡ 5000 ਮੀਲ ਦੂਰ ਬੈਠਿਆਂ ਆਪਣਾ ਦਿਨੋਂ ਦਿਨ ਦਹਾੜ ਚਲਾਉਂਦੇ ਆ, ਤੁਹਾਡਾ ਸਾਰਾ ਕੁਝ ਹੋ ਜਾਊਗਾ। ਇਹ ਕਿਹੜਾ ਰੱਬ ਹੈ ਸਾਡਾ ਕਿ ਜਿਹੜਾ ਕਿ ਦੂਸਰੇ ਤੀਸਰੇ ਤੋਂ ਕਰਾਇਆ ਹੋਇਆ ਪਾਠ ਉਹ ਕਬੂਲ ਕਰ ਲਊਗਾ ਤੁਹਾਡਾ। ਇਹ ਹਿੰਦੂ ਮੱਤ ਹੋਈ ਸਾਰੀ। ਬਾਹਰਲੇ ਦੇਸ਼ਾਂ ਵਿੱਚ ਗੁਰਦੁਆਰਿਆਂ ਵਿੱਚ ਗੁਰਦੁਆਰੇ ਦੀ ਕਮੇਟੀਆਂ ਜੋ ਗੋਬਿੰਦ ਲੌਂਗੋਵਾਲ ਦੇ ਉਹੀ ਆਦਤਾਂ ਨੂੰ ਦਿਖਾ ਰਹੀਆਂ, ਕਰ ਰਹੀਆਂ ਕਿ ਬਸ ਜੀ ਤੁਸੀਂ ਸੁਖਮਨੀ ਸਾਹਿਬ ਦਾ ਪਾਠ 600 ਪਾਉਂਡ, ਫਲਾਨਾ ਪਾਠ ਇੰਨੇ ਪਾਉਂਡ, ਅਖੰਡ ਪਾਠ 1000 ਪਾਉਂਡ, ਫਲਾਣੇ ਦੀ ਮੌਤ ਦਾ ਸੰਸਕਾਰ ਇੰਨਾ ਪਾਉਂਡ। ਅਗਰ ਗ੍ਰੰਥੀ ਤਾਂ ਗੁਰੂ ਮਹਾਰਾਜ ਦੀ ਬੀੜ ਘਰ ਲਿਜਾਣੀ ਹੈ, ਗ੍ਰੰਥੀ ਨੂੰ ਲਿਜਾਣਾ, ਉਹ ਕਿਰਾਇਆ, ਉਹਦਾ ਸਾਰਾ ਪੂਰਾ ਕੁੱਲ ਟੋਟਲ ਕਿਰਾਇਆ ਇੰਨਾ ਹਜ਼ਾਰ। ਆਹ ਜੀ ਤੁਹਾਡਾ ਹਾਲ ਹੈ, ਸਾਡਾ ਹਾਲ ਹੈ। ਅਸੀਂ ਗੁਰਬਾਣੀ ਨੂੰ ਕਿਰਾਏ 'ਤੇ ਵੰਡਿਆ ਹੋਇਆ, ਗੁਰਬਾਣੀ ਨੂੰ, ਗੁਰੂ ਮਹਾਰਾਜ ਦੀ ਬੀੜਾਂ ਨੂੰ ਅਸੀਂ ਕਿਰਾਏ 'ਤੇ ਦਿੰਦੇ ਹਾਂ। ਇਹੀ ਯੂਕੇ ਆ ਜਿੱਥੇ ਗੁਰੂ ਮਹਾਰਾਜ ਦੀਆਂ ਬੀੜਾਂ ਉਹਨਾਂ ਟਿਕਾਣਿਆਂ 'ਤੇ ਲਿਜਾਂਦੀਆਂ ਸਨ, ਲਿਜਾਈਆਂ ਗਈਆਂ ਸਨ। ਹੁਣ ਹਟਿਆ, ਇੱਕ ਇੱਥੇ ਕਾਫੀ ਲੰਮਾ ਸੰਘਰਸ਼ ਕਰਨਾ ਪਿਆ। ਗੁਰਦੁਆਰੇ ਕਮੇਟੀਆਂ ਆਪ ਖੁਦ ਗੁਰੂ ਮਹਾਰਾਜ ਦੀਆਂ ਬੀੜਾਂ ਕਿਰਾਏ 'ਤੇ ਭੇਜਦੀਆਂ ਰਹੀਆਂ ਉਹਨਾਂ ਟਿਕਾਣਿਆਂ 'ਤੇ ਜਿਹੜੇ ਸ਼ਰਾਬਖਾਨੇ ਸਨ, ਜਿੱਥੇ ਲੱਚਰ ਗੀਤ ਗਾਏ ਜਾਏ ਸਨ, ਜਿੱਥੇ ਔਰਤਾਂ ਨੱਚਦੀਆਂ ਟੱਪਦੀਆਂ ਸਨ ਵਿਆਹਾਂ ਵਿੱਚ, ਉੱਥੇ ਗੁਰੂ ਗ੍ਰੰਥ ਸਾਹਿਬਾਂ ਨੂੰ ਲਿਜਾਇਆ ਜਾਂਦਾ ਸੀ। ਉੱਥੇ ਉਹ ਵੀ ਬੜੇ ਸੰਘਰਸ਼ ਦੇ ਨਾਲ ਰੋਕਿਆ ਗਿਆ। ਪਰ ਆਹ ਹੈ ਹਾਲਤ, ਆਹ ਹੈ ਬਿਮਾਰੀਆਂ, ਆਹ ਹੈ ਇਨਫੈਕਸ਼ਨ ਸਾਡੇ ਲੋਕਾਂ ਦੇ ਵਿੱਚ, ਸਾਡੇ ਵਿੱਚ ਆਪ। ਔਰ ਸਾਡੇ ਗੁਰੂ ਘਰਾਂ ਵਿੱਚ ਇਹ ਕਰਤੂਤਾਂ ਹੁੰਦੀਆਂ। ਬੇਅਦਬੀ ਦੀ ਗੱਲਾਂ ਕਰਦੇ ਅਸੀਂ ਬੜੇ ਫਰਾਟੇ ਮਾਰ ਮਾਰ ਕੇ। ਬੇਅਦਬੀ ਤਾਂ ਅਸੀਂ ਧੜ ਧੜ ਕਰਦੇ ਪਏ।
ਜਿਹੜੀ ਵਿਆਹ ਮੌਕੇ ਜੋੜੀਆਂ ਇਕੱਠੀਆਂ ਹੁੰਦੀਆਂ ਗੁਰੂ ਮਹਾਰਾਜ ਦੇ ਮੂਹਰੇ ਜਾਂਦੀਆਂ ਬੜੇ ਪਖੰਡ ਦੇ ਰੂਪ ਵਿੱਚ ਬੜਾ ਅਸ਼ਲੀਲ ਜਿਹੇ ਕੱਪੜੇ ਪਾ ਕੇ ਬੜੇ ਮਤਲਬ ਦੇ ਰੰਗ ਬਰੰਗੇ ਫੈਸ਼ਨ ਵਾਲੇ 2 ਮਿੰਟਾਂ ਲਈ ਪੱਗ ਬੰਨ੍ਹ ਲਈ ਤਾਂ ਆਨੰਦ ਕਾਰਜ ਕਰਕੇ ਛੇਤੀ ਛੇਤੀ ਫਿਰ ਉਹ ਪੱਗ ਹੀ ਉਤਾਰ ਦਿੰਦੇ ਆ ਅਤੇ ਜਿਹੜੀ ਬਨੋਟੀ ਦਾੜ੍ਹੀ ਰੱਖੀ ਉਸ ਸਵੇਰ ਦੀ ਉਹ ਮਿੰਟਾਂ 'ਚ ਸਕਿੰਟਾਂ 'ਚ ਉਹਦਾ ਟੁਕੜਾ ਕਰ ਦਿੰਦੇ ਆ। ਫਿਰ ਚੱਲ ਜਾਂਦੇ ਆ ਆਪਣੇ ਪੈਲਸਾਂ ਨੂੰ ਆਪਣੇ ਕਲੱਬਾਂ ਨੂੰ ਉੱਥੇ ਜਾ ਕੇ ਫਿਰ ਰੱਜ ਕੇ ਟੱਪਦੇ ਆ ਖਾਂਦੇ ਪੀਂਦੇ ਆ ਮੀਟ ਸ਼ਰਾਬ ਸਭ ਕੁਝ। ਕਿ ਮਹਾਰਾਜ ਦੀ ਇਹ ਬੇਅਦਬੀ ਨਹੀਂ ਹੈ? ਔਰ ਸਾਡੇ ਗੁਰਦੁਆਰੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਕਿ ਆ ਕੇ ਕਰੋ ਇਹ ਪਖੰਡ ਕਰੋ। ਪਹਿਲਾਂ ਆਨੰਦ ਕਾਰਜ ਨੂੰ ਇੱਕ ਪਖੰਡ ਬਣਾ ਲਿਆ ਇਹ ਨਹੀਂ, ਇਹ ਕਰੋ ਤਾਂ ਫਿਰ ਤੁਸੀਂ ਜਾ ਕੇ ਜੋ ਪੈਸੇ ਦੇ ਜਾਓ ਰਕਮਾਂ ਦੇ ਜਾਓ ਕਰ ਜਾਓ ਸਾਡੀ ਰਕਮਾਂ ਭਰਦੀਆਂ ਰਹਿਣ ਤਾਂ ਫਿਰ ਜਾ ਕੇ ਤੁਸੀਂ ਜੋ ਮਰਜ਼ੀ ਬਾਹਰ ਅੰਦਰ ਪਖੰਡ ਕਰਨਾ ਕਰੋ। ਮੈਨੂੰ ਇੱਕ ਮੌਕਾ ਯਾਦ ਹੈ ਇੱਥੇ ਕੋਵੈਂਟਰੀ UK ਵਾਲਾ ਗੁਰਦੁਆਰਾ ਜਿੱਥੇ ਮੈਂ ਉੱਥੇ ਗੁਰਦੁਆਰੇ ਦੇ ਵਿੱਚ ਇਹ 90 ਦੀ ਗੱਲ ਹੈ ਮੈਰਿਜ ਰਜਿਸਟਰਾਰ ਦਾ ਰੋਲ ਪਲੇ ਕਰ ਰਿਹਾ ਸੀ। ਮੈਨੂੰ ਥਾਪਿਆ ਸੀ ਸੇਵਾ ਲਈ, ਉੱਤੋਂ ਮੈਂ ਅਸਤੀਫਾ ਦੇ ਦਿੱਤਾ ਸੀ। 2-3 ਵਾਰੀ ਮੈਂ ਆਪ ਰੋਕਿਆ ਆਨੰਦ ਕਾਰਜ ਦੇ ਵਿੱਚ ਲੋਕ ਪਖੰਡ ਕਰਦੇ ਸੀ ਆਪਣੇ ਗੁਰੂ ਮਹਾਰਾਜ ਦੇ ਆਲੇ ਦੁਆਲੇ ਆਪਣੇ ਬੰਦੇ ਖੜੇ ਕਰ ਦੇਣੇ ਜਿਉਂ ਉਹਨੀ 4 ਫੇਰੇ ਕਰਨੇ ਜਿਹੜੇ ਵਿਆਹ ਵਾਲਾ ਕਪਲ ਆ। ਮੈਂ ਕਿਹਾ ਇਹ ਕੀ ਹੈ? ਗੁਰੂ ਮਹਾਰਾਜ ਦੇ ਦੁਆਲੇ ਕੋਈ ਨਹੀਂ ਖੜ ਸਕਦਾ। ਹੋਰ ਚੀਜ਼ਾਂ ਮੈਂ ਰੋਕੀਆਂ ਕਿ ਜਦੋਂ ਤੁਸੀਂ ਬੈਠਣਾ ਗੁਰੂ ਮਹਾਰਾਜ ਦੇ ਮੂਹਰੇ ਚੁੱਪ ਚਾਪ ਹੋ ਕੇ ਬੈਠਣਾ, ਦੋਨੇ ਪਾਸੇ ਬੈਠਣਾ ਔਰ ਸਹੀ ਤਰੀਕੇ ਨਾਲ ਬੈਠਣਾ। ਇਹ ਨਹੀਂ ਕਿ ਕੋਈ ਬੰਦਾ ਇੱਧਰ ਖੜਾ ਹੋ ਜਾਵੇ ਉੱਧਰ ਖੜਾ ਹੋ ਜਾਵੇ, ਕੋਈ ਧੀਮੀ ਇੱਧਰ ਖੜੀ ਹੋ ਜਾਵੇ ਕੋਈ ਮਰਦ ਉੱਧਰ ਖੜਾ ਹੋ ਜਾਵੇ। ਔਰ ਆਪਣੀ ਰੰਗ ਰੂਪ ਅਤੇ ਸ਼ਕਲ ਸ਼ਬਾਤ ਨੂੰ ਵੀ ਸਹਿਜ ਨਾਲ ਰੱਖਣਾ। ਇੱਕ ਮੌਕੇ ਉਸੇ ਗੁਰਦੁਆਰੇ ਦੇ ਵਿੱਚ ਇੱਕ ਰਜਿਸਟਰਾ ਹੁੰਦਿਆਂ ਹੋਇਆਂ ਮੈਂ ਭੁਲੇਖੇ ਦੇ ਨਾਲ ਇੱਕ ਕਮਰੇ ਵਿੱਚ ਚਲੇ ਗਿਆ। ਕਮਰੇ ਵਿੱਚ ਕੀ ਮੈਂ ਲੱਭਿਆ ਕੀ ਫੜਿਆ? ਉਹੀ ਮੈਰਿਜ ਵਾਲਾ ਕਪਲ ਜਿਹਦਾ ਮੈਂ ਰਜਿਸਟ੍ਰੇਸ਼ਨ ਵਿਆਹ ਦਾ ਕਰ ਚੁੱਕਾ ਸੀ, ਉਹੀ ਉੱਥੇ ਬੈਠੇ ਆਪਣੇ ਕੇਸਾਂ ਨੂੰ ਆਪਣੀ ਦਾੜ੍ਹੀ ਨੂੰ ਮੁੰਨਦੇ ਪਏ ਸੀਗੇ ਉਹ ਬੰਦ ਕਮਰੇ ਦੇ ਵਿੱਚ। ਮੈਂ ਉਹਨਾਂ ਨੂੰ ਝਿੜਕਿਆ ਵੀ ਕਿ ਇੰਨੇ ਬੇਸ਼ਰਮ ਹੋ ਕਿ ਗੁਰਦੁਆਰੇ ਦੇ ਵਿੱਚ ਤੁਸੀਂ ਇਹ ਕਰ ਰਹੇ ਹੋ। ਪਰ ਲੋਕ ਇਹ ਦੁਨੀਆ ਇਹ ਇਨਸਾਨੀ ਦੁਨੀਆ ਗੁਰੂ ਮਹਾਰਾਜ ਦੀ ਬੇਅਦਬੀ ਕਰ ਰਹੀ ਹੈ। ਉਹ ਇਹ ਤੋਂ ਵੀ ਵੱਡਾ ਗੁਰਦੁਆਰੇ ਦੀਆਂ ਕਮੇਟੀਆਂ ਕਰਵਾ ਰਹੀਆਂ ਔਰ ਅਸੀਂ ਵੱਡੇ ਫਰਾਟੇ ਮਾਰਦੇ ਪਏ ਹਾਂ ਕਿ ਬੇਅਦਬੀ 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 ਬੇਅਦਬੀ। ਔਰ ਬੇਅਦਬੀ ਇਹ ਤੋਂ ਵੀ ਵੱਡੀ ਜਿਹੜਾ ਮਹਾਰਾਜ ਸਾਨੂੰ ਕਹਿ ਰਿਹਾ ਕੋਈ ਜਾਤ ਪਾਤ ਨਹੀਂ ਸਾਡੇ ਵਿੱਚ ਹੋਣੀ ਚਾਹੀਦੀ, ਸਾਡੇ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਹੈ, ਕੋਈ ਸੋਚ ਸਮਝ ਸੂਝ ਸਮਝ ਹੋਣੀ ਚਾਹੀਦੀ ਹੈ। ਉਹ ਗੱਲਾਂ ਨੂੰ ਅਸੀਂ ਬਿਲਕੁਲ ਨਹੀਂ ਮੰਨਦੇ। ਅਸੀਂ ਜਿੱਦਾਂ ਮਰਜ਼ੀ ਆਪਣਾ ਜੱਟ ਪਾਉਣਾ ਆਪਣਾ ਤਰਖਾਣ ਪਾਉਣਾ ਆਪਣਾ ਜਾਤ ਪਾਤ ਪਾਉਣਾ ਅਸੀਂ ਕਈ ਕੁਝ ਕਰੀ ਜਾਈਏ ਔਰ ਕਿੰਨਾ ਮਰਜ਼ੀ ਝੂਠ ਬੋਲੀ ਜਾਈਏ। ਗੁਰਦੁਆਰੇ ਦੀਆਂ ਕਮੇਟੀਆਂ ਇੱਥੇ ਤਾਂ ਧਾਰਾਧਾਰ ਝੂਠ ਬੋਲਦੀਆਂ, ਪੈਸਾ ਖਾਂਦੀਆਂ, ਲੁੱਟ ਘਸੁੱਟ ਕਰਦੀਆਂ ਜਿਵੇਂ ਸ਼੍ਰੋਮਣੀ ਕਮੇਟੀ ਕਰਦੀਆਂ। ਉਹੀ ਆਦਤਾਂ ਇੰਡੀਆ ਵਾਲੀਆਂ ਆਦਤਾਂ ਇੰਡੀਅਨ ਦਿਮਾਗ ਦੀਆਂ ਇੰਡੀਅਨ ਸਿੱਖਿਆ ਦੀ ਇੰਡੀਅਨ ਮਾਹੌਲ ਦੀ ਉਹੀ ਆਦਤਾਂ। ਤਾਂ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਬੇਅਦਬੀ ਨਹੀਂ ਕਰਨੀ, ਤੁਸੀਂ ਸਾਡੇ 'ਤੇ ਮਿਹਣੇ ਮਾਰਦੇ ਹੋ ਲੈਕਚਰ ਦਿੰਦੇ ਹੋ ਬਾਹਮਣਾ ਵਾਂਗੂ। ਬੇਅਦਬੀ ਬੇਅਦਬੀ ਬੇਅਦਬੀ। ਆਹ ਹੈ ਤੁਹਾਡੀ ਨੀਅਤ, ਆਹ ਹੈ ਤੁਹਾਡੀ ਸੋਚ। ਇੱਥੇ ਉਹ ਵੀ ਥਾਂ ਹੈਗੇ ਹੈ ਜਿੱਥੇ ਗੁਰੂ ਮਹਾਰਾਜ ਦੀ ਭੀੜ ਇੱਕ ਗੁਰਦੁਆਰਾ ਇੱਥੇ ਵੈਸਟ ਬ੍ਰਹਮਿਸ਼ ਸੀ। ਗੁਰੂ ਮਹਾਰਾਜ ਦੇ ਸੁਖਾਸਨ ਕਮਰੇ ਵਿੱਚ ਟਾਇਲਟ ਰੱਖੀ ਹੋਇਆ ਹੈ ਕਿ ਰਾਤ ਨੂੰ ਮਹਾਰਾਜ ਸ਼ਾਇਦ ਜੰਗਲ ਪਾਣੀ ਜਾਣਾ ਚਾਹੁਣ। ਗੁਰੂ ਮਹਾਰਾਜ ਨੂੰ ਇੱਕ 2 ਲੱਤਾਂ ਵਾਲਾ 2 ਬਾਹਾਂ ਵਾਲਾ ਇੱਕ ਸਿਰ ਵਾਲਾ ਇੱਕ ਸਰੀਰ ਵਾਲਾ ਜੀਅ ਬਣਾਇਆ ਹੋਇਆ। ਗੁਰੂ ਮਹਾਰਾਜ ਇੱਕ ਇਨਸਾਨੀ ਜੀਅ ਨਹੀਂ ਹੈ, ਇੱਕ ਜਿੰਦਾ ਜਾਗਦਾ ਕਮਾਉਣ ਵਾਲਾ ਸ਼ਬਦ ਹੈ। ਇਹ ਜਿੰਦਾ ਜਾਗਦਾ
ਸੱਚਾਈ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਹੋਸੀ ਵੀ ਸੱਚ, ਜਿਹੜੇ ਕਿ ਸਾਡੇ ਜੀਵਨ ਲਈ ਇੱਕ ਪੂਰੀ ਸੇਧ ਹੈ, ਪੂਰੀ ਰੋਸ਼ਨੀ ਹੈ, ਪੂਰਾ ਢੰਗ ਤਰੀਕਾ ਹੈ। ਗੁਰਬਾਣੀ ਕੋਈ ਮਰਦ ਨਾ ਔਰਤ ਨਹੀਂ ਹੈ, ਇਨਸਾਨ ਨਹੀਂ ਹੈ। ਇਨਸਾਨ ਤੋਂ ਕਿਤੇ ਵੱਡੀ ਹੈ, ਕਿਤੋਂ ਪੱਕੀ ਹੈ, ਕਿਤੇ ਅਕਾਲ ਹੈ। ਬਿਨਾਂ ਕਿਸੇ ਟਾਈਮ ਦੀ ਪਾਬੰਦੀ ਤੋਂ, ਕਿਸੇ ਸਰੀਰ ਦੀ ਪਾਬੰਦੀ ਤੋਂ, ਕਿਸੇ ਮਾਹੌਲ ਦੀ ਪਾਬੰਦੀ ਤੋਂ। ਇਸੇ ਕਰਕੇ ਇੱਕ 10ਵੇਂ ਪਾਤਸ਼ਾਹ ਨੇ ਇਹਨਾਂ ਅੱਗੇ ਮੱਥਾ ਟੇਕਿਆ ਸੀ। ਸਾਰੇ 10 ਗੁਰੂਆਂ ਨੇ ਇਸ ਗੁਰਬਾਣੀ ਅੱਗੇ ਮੱਥਾ ਟੇਕਿਆ ਸੀ, ਔਰ ਗੁਰਬਾਣੀ ਨੂੰ ਸਦਾ ਹੀ ਸਦਾ ਹੀ ਸਦਾ ਹੀ ਲਈ ਸਾਡਾ ਗੁਰੂ ਬਣਾਇਆ ਸੀ, ਗੁਰੂ ਰੂਪ ਬਣਾਇਆ ਸੀ। ਇਨਸਾਨ ਉਹ ਤਿਲਕ ਜਾਂਦਾ, ਇਨਸਾਨ ਝੂਠ ਬੋਲਦਾ, ਇਨਸਾਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਮਗਰ ਲੱਗ ਜਾਂਦਾ। ਇੱਕ ਜੀਂਦੀ ਜਾਗਦੀ ਗੁਰਬਾਣੀ ਸੰਪੂਰਨ, ਪੱਕੀ, ਸੱਚੀ, ਉਹ ਕਦੇ ਨਹੀਂ ਵਿਗੜ ਸਕਦੀ। ਬੇਅਦਬੀ ਦੀਆਂ ਗੱਲਾਂ ਅਸੀਂ ਕਰਦੇ ਹਾਂ, ਗੁਰੂ ਮਹਾਰਾਜ ਦੀ ਬੀੜ ਖੋਲ੍ਹ ਲੈਂਦੇ ਹਾਂ, ਉਹਦਾ ਪ੍ਰਕਾਸ਼ ਕਰਦੇ ਹਾਂ। ਉੱਥੇ ਲਿਆ ਕੇ ਅਸੀਂ ਵੱਡੇ ਵੱਡੇ ਸਿਆਸੀ ਲੀਡਰਾਂ ਨੂੰ ਲਿਆ ਕੇ, ਉੱਥੇ ਬਦਮਾਸ਼ ਲੀਡਰਾਂ ਨੂੰ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਸਰੋਪੇ ਦਿੰਦੇ ਆ ਕਿ ਉਹ ਗੁਰੂ ਮਹਾਰਾਜ ਨਾਲੋਂ ਵੀ ਵੱਡੇ ਆ। ਗੁਰੂ ਮਹਾਰਾਜ ਦੇ ਦਰਬਾਰ ਵਿੱਚ ਲਿਆ ਕੇ ਗੁਰੂ ਮਹਾਰਾਜ ਨਾਲ ਵੀ ਉਹਨਾਂ ਦੀ ਵੱਡੀ ਉਪਮਾ ਕਰਦੇ ਆ। ਇੱਥੇ ਯੂਕੇ ਵਿੱਚ ਰਾਣੀ ਨੂੰ ਕਈ ਵਾਰੀ ਬੁਲਾਇਆ ਗਿਆ ਗੁਰਦੁਆਰਿਆਂ ਵਿੱਚ, ਉਹਦੀ ਉਪਮਾ ਹੋਈ ਹੈ। ਹੋਰ ਲੋਕ ਵੱਡੇ ਵੱਡੇ ਅਫਸਰ ਲਿਆ ਕੇ ਉਹਨਾਂ ਦੀ ਵੱਡੀ ਉਪਮਾ ਕੀਤੀ ਜਾਂਦੀ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ। ਆਹ ਹੈ ਤੁਹਾਡੀ ਗੁਰੂ ਮਹਾਰਾਜ ਦਾ ਸਤਿਕਾਰ। ਔਰ ਸ਼੍ਰੋਮਣੀ ਕਮੇਟੀ ਜੋ ਕਰਦੀ ਹੈ ਉਹਦੇ ਸਾਰਿਆਂ ਦੇ ਮੋਹਰੇ ਹੀ ਹੈ। ਸੋ ਇਹ ਸੋਚਣ ਵਾਲੀਆਂ ਗੱਲਾਂ ਹੈ, ਤੁਹਾਡੇ ਲਈ ਸੋਚਣ ਵਾਲੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।